ਆਦਮਵਾਨ ਹਾਦਸੇ ਤੋਂ ਬਾਅਦ ਜਾਨੀਆ ਸਟੇਸ਼ਨ ਤੇ ਦੋ ਟ੍ਰੇਨਾਂ ਮੌਜੂਦ ਨੇ। ਦੋਨਾਂ ਟ੍ਰੇਨਾਂ ਦੇ ਮੁਸਾਫਰ ਜਿਹੜੇ ਉਹ ਪਰੇਸ਼ਾਨ ਨੇ। ਸਟੇਸ਼ਨ ਤੇ ਨਾ ਸਹੂਲੀਅਤ ਨੇ, ਨਾ ਪਾਣੀ ਹੈ, ਨਾ ਵਾਸ਼ਰੂਮ ਦੀ ਸਹੂਲਤ ਹੈ। ਟ੍ਰੇਨ ਦੇ ਵਿੱਚ ਵੀ ਜਿਹੜਾ ਉਹ ਪਾਣੀ ਖਤਮ ਹੋ ਚੁੱਕਿਆ ਹੈ ਤੇ ਸ਼ਹਿਰੀਆਂ ਨੂੰ ਸ਼ਦੀਦ ਮੁਸ਼ਕਲਾਂ ਦਾ ਸਾਹਮਣਾ ਹੈ। ਚੱਲਦੇ ਹਾਂ ਸ਼ਹਿਰੀਆਂ ਦੀ तरफ और उन्होंने पूछने हैं कि भी इन्होंने किहड़ियां मुश्किलात का सामना है। छोटे छोटे बच्चे जंगल में इन्होंने ला के हमें खड़ा कर दिया, नाम आगे के नाम पीछे के, ना इधर कोई अच्छी कंटीन है ना कुछ खाने को अच्छा है। तो कल से हमारे साथ यही कुछ हो रहा है, हम बहुत ज्यादा परेशान हैं। और ना ही इधर वॉशरूम की तंगी इतनी ज्यादा है, छोटे छोटे बच्चे हैं। मेरा भी एक इंटरव्यू था, वो भी लॉस हो गया, जॉब का लॉस हुआ। इस तरह मेरे साथ दो चार और भी साथी हैं, उनका भी इंटरव्यू था, उनका भी लॉस हुआ। बट ये कि देखें, ट्रेन की कंडीशन, ना ही अंदर पानी है, वॉशरूम की हालत अबतर है, बैठने को दिल नहीं कर रहा। और इस स्टेशन के ऊपर ना ही कोई कंटीन है, इवन डैट के ट्रेन के अंदर भी कोई कंटीन की सहूलत मौजूद नहीं है। हम तो रास्ते में पानी को तरसते रहे हैं, पानी भी नहीं था। यहाँ आके रुके हैं, इंतजामिया ने जो हमें थोड़ा सा बहुत पानी दिया, यहाँ के लोगों को उनका बहुत शुक्रगुजार है। नहीं, थैंक यू। तकरीबन राती 9:15 ट्रेन चल रही है, ठीक है। उस बाद 10:30-11 बजे थे खानेवाल पहुंची है। उस बाद ट्रेन रुकी है, ना खानेवाल को चीज़ खाने वास्ते कुछ भी नहीं ओवरऑल, ठीक है। उस तो बाद हम ट्रेन जहानिया लिया खड़ी करती है। ये तो बिल्कुल बिरान कोई लागे लागे कुछ है ही को नहीं। स्टेशन तो बिल्कुल खस्ता हाल है, ना कोई वाशरूम, ना कोई बैठने ली शैल, ना कोई पक्खे, ठीक है। जहानिया का जो इलाके इन्होंने मकीन है, इन्होंने कुछ छावां छुवां दित्तियां। उस तो बाद अगर कंडीशन ट्रेन की देखी जाए, ना कोई वाशरूम चाहिए, बच्चे रो रहे आ, किसे जाना है फोतकी ते, किते खुशी, किते गमी जाना, लेकिन ट्रेन का बहुत बुरा हाल है। 10-11-12 घंटे हो गए ਅਸੀਂ ਇੱਥੇ ਰੁਕੇ ਹੈ ਤੇ ਕੋਈ ਸਹੂਲਤ ਨਹੀਂ। ਗੱਡੀ ਦਾ ਵਾਸ਼ਰੂਮ ਜਿਹੜੇ ਹੈਗੇ ਨੇ ਬਿਲਕੁਲ ਖਰਾਬ ਨੇ ਤੇ ਉਹਦੇ ਚ ਟੂਟੀਆਂ ਵੀ ਨਹੀਂ ਗਈ ਤੇ ਲੋਕ ਬੋਤਲ ਇਸਤੇਮਾਲ ਕਰਦੇ ਨੇ ਆਪਣੇ ਮਦਦ ਆਪ। ਕੋਈ ਸਹੂਲਤ ਨਹੀਂ ਗੱਡੀ ਦੇ ਵਿੱਚ। ਤੇ ਨਾਲ ਲਾਹੌਰ ਤੋਂ ਹੀ 4 ਘੰਟੇ ਲੇਟ ਚਲੀ ਹੈ। ਫਿਰ ਟ੍ਰੇਨ ਦੀ ਹਾਲਤ ਇੰਨੀ ਖਸਤਾ ਹਾਲ ਹੈ ਕਿ 10 ਬੰਦਾ ਨਹੀਂ ਸਕਦਾ। ਪਾਣੀ ਦੇ ਵਿੱਚ ਨਹੀਂ, ਵਾਸ਼ਰੂਮ ਇੱਧਰ ਟੁੱਟੇ ਪਏ ਨੇ, ਡਾਈਨਿੰਗ ਕਾਰ ਦੇ ਵਿੱਚ ਨਹੀਂ। ਕਹਿੰਦੇ ਨੇ ਜਿੱਥੇ ਟ੍ਰੇਨ ਰੁਕੇਗੀ ਉੱਥੋਂ ਉਤਰ ਕੇ ਤੁਸੀਂ ਪਾਣੀ ਵੀ ਲੈ ਲਓ, ਜੋ ਖਾਣ ਪੀਣ ਲੈ ਲਓ। ਖਾਨੇਵਾਲ ਜੋ ਹਾਲਤ ਸੀ ਖਾਣ ਪੀਣ ਦੀ, ਉੱਤੇ ਬੰਦਾ ਕੋਈ ਕਹੇ ਨਾ ਕਿਸੇ ਕੁੱਤੇ ਨੂੰ ਸੁੱਟ ਦਿਓ, ਉਹ ਵੀ ਨਹੀਂ ਖਾਏਗਾ। ਬਿਲਕੁਲ ਹੀ ਖਸਤਾ ਹਾਲਤ ਹੈ, ਕੁਛ ਨਹੀਂ ਖਾਣ ਦਾ। ਜਹਾਨੀਆਂ ਪਹੁੰਚੀਆਂ, ਇੱਥੇ ਵੀ ਹੈ ਕੁਛ ਨਹੀਂ ਸੀ, ਲੇਕਿਨ ਜਹਾਨੀਆਂ ਦੀ ਆਵਾਮ ਦਾ ਬੜਾ ਸ਼ੁਕਰੀਆ ਜਿਨ੍ਹਾਂ ਨੇ ਬੱਚਿਆਂ ਲਈ ਤੇ ਔਰਤਾਂ ਲਈ ਪਾਣੀ, ਜੂਸ, ਬਿਸਕਿਟ ਜਾਂ ਬਿਰਿਆਨੀ ਵਗੈਰਾ ਦਾ ਬੰਦੋਬਸਤ ਕੀਤਾ, ਉਹਨਾਂ ਨੇ ਦਿੱਤਾ। ਇੰਨਾ ਲੰਬਾ ਸਫ਼ਰ ਹੈ, ਡਾਈਨਿੰਗ ਕਾਰ ਹੋਣੀ ਚਾਹੀਦੀ ਸੀ, ਉਹਦੇ ਵਿੱਚ ਹੈ ਹੀ ਨਹੀਂ ਹੈ। ਅੱਗੇ ਟਰੈਕ ਖਰਾਬ ਹੈ, ਚਲੋ ਐਕਸੀਡੈਂਟ ਹੋ ਗਿਆ, ਲੇਕਿਨ ਇਹਨੂੰ ਚਾਹੀਦਾ ਸੀ ਯਾਰ, ਬਹੁਤ ਟਾਈਮ ਹੋ ਗਿਆ, ਰਾਤ 11 ਵਜੇ ਦਾ ਐਕਸੀਡੈਂਟ ਹੋਇਆ ਹੈ, ਠੀਕ ਹੈ। ਤੇ ਹੁਣ ਟਾਈਮ ਤੁਸੀਂ ਦੇਖ ਲਓ, 12 ਘੰਟੇ ਗੁਜ਼ਰ ਗਏ ਨੇ, 13 ਘੰਟੇ ਗੁਜ਼ਰ ਗਏ ਨੇ, ਹਜੇ ਤੱਕ ਟਰੈਕ ਕਲੀਅਰ ਨਹੀਂ ਹੈ। ਇੰਨਾ ਸੁਸਤ ਕੰਮ ਕਿਸੇ ਜਗ੍ਹਾ ਨਹੀਂ ਹੁੰਦਾ ਜਿੰਨਾ ਸੁਸਤ ਕੰਮ ਸਾਡੇ ਪਾਕਿਸਤਾਨ ਵਿੱਚ ਹੋ ਰਿਹਾ ਹੈ। ਇਹਨਾਂ ਨੂੰ ਚਾਹੀਦਾ ਸੀ ਐਸ ਸੂਨ ਐਸ ਪੋਸੀਬਲ ਜ਼ਿਆਦਾ ਅਮਲਾ ਲਾ ਕੇ ਇਹਨਾਂ ਨੂੰ ਕਲੀਅਰ ਕਰਦੇ ਟਰੈਕ ਨੂੰ, ਲੇਕਿਨ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਉਹ ਅੱਲਾ ਉਹਦਾ ਭਲਾ ਕਰੇ। ਕੋਈ ਵੀ ਹੈ ਇਨਸਾਨ ਹੈ ਨਾ, ਇਹ ਹੈ ਇਨਸਾਨੀਅਤ। ਤੇ ਸ਼ਹਬਾਜ਼ ਸ਼ਰੀਫ ਸਾਹਿਬ, ਮਰੀਮ ਨਵਾਜ਼, ਇਹ ਕਿਆ ਸੁੱਤੇ ਹੋਏ ਨੇ, ਇਹਨਾਂ ਨੂੰ ਕੋਈ ਪਤਾ ਲੱਗ ਰਾਤ ਦਾ। ਅਗਰ ਗੈਰ ਮੁਲਕ ਚ ਹੁੰਦਾ ਨਾ, ਸਿਰਫ 15 ਮਿੰਟ ਤੱਕ ਟਰੈਕ ਬਹਾਲ ਹੋ ਜਾਵੇ। ਇਹ ਸਾਡੇ ਪਾਕਿਸਤਾਨ ਸਿਸਟਮ में सारे करप्ट लोग ने, ये खाने वाले सारे, इन्होंने कोई सारा ख्याल को निगा। तो यहाँ पे ना कंटीन है, ठीक हो गया, अंदर वाशरूम में भी पानी नहीं है, छोटे छोटे बच्चे हैं, इतने परेशान हैं हम। ਜੀ ਤੁਸੀਂ ਸੁਣਿਆ 18 ਘੰਟਿਆਂ ਤੋਂ ਜਿਹੜੇ ਮੁਸਾਫਰ ਨੇ ਉਹ ਪਰੇਸ਼ਾਨ ਨੇ। ਸਟੇਸ਼ਨ ਤੇ ਦਰ ਬਦਰ ਨੇ, ਇੱਥੇ ਸਹੂਲੀਅਤ ਨਹੀਂ ਹੈਗੀਆਂ। ਜਾਨੀਆਂ ਤੇ ਸ਼ਹਿਰੀਆਂ ਦੀ ਤਰਫੋਂ ਜਿਹੜਾ ਉਹ ਪਾਣੀ ਔਰ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ।